का खालसा वाहिगुरू जी की फतेह। ये जो ग्रंथ ਆਪਾਂ ਵਿਧਾਨ ਦਾ ਸ਼ੁਰੂ ਕਰਨ ਲੱਗੇ, ਇਹ ਵਿਦਾਂਤ ਦੇ ਵਿੱਚ ਪ੍ਰਵੇਸ਼ ਕਰਨ ਲਈ ਜਿਵੇਂ ਛੋਟੇ ਗ੍ਰੰਥ ਵੀ ਪੜ੍ਹੇ ਜਾਂਦੇ, ਸਾਰ ਕਿਤਾਬੜੀ, ਭਾਵ ਰਸ ਅੰਮ੍ਰਿਤ, ਵਿਚਾਰਮਾਲਾ, ਪਰ ਜੇ ਪੂਰੀ ਪ੍ਰਕਿਰਿਆ ਵਿਧਾਨ ਦੀ ਸਮਝਣੀ ਹੋਵੇ ਤਾਂ ਜਿਹੜੇ ਸ਼ੁਰੂਆਤੀ ਗ੍ਰੰਥ ਨੇ, ਸਮਝੋ ਵਿਧਾਨ ਦੇ ਕਾਇਦੇ ਨੇ, ਉਹਨਾਂ ਵਿੱਚ ਅਧਿਆਤਮ ਪ੍ਰਕਾਸ਼, ਵਿਚਾਰ ਚੰਦੋਦਿਆ, ਉਸ ਤੋਂ ਬਾਅਦ ਵਿਚਾਰ ਸਾਗਰ, ਇਹ ਤਿੰਨ ਗ੍ਰੰਥ ਜਿਹੜੇ ਨੇ ਸੰਪਰਦਾਇ ਵਿੱਚ, ਟਕਸਾਲ ਵਿੱਚ ਇਹ ਲਾਏ ਜਾਂਦੇ ਨੇ। ਬਾਕੀ ਇਸ ਤੋਂ ਅੱਗੇ ਤਾਂ ਫਿਰ ਬਹੁਤ ਖਜ਼ਾਨੇ ਖੁੱਲ੍ਹ ਜਾਂਦੇ ਜਿੰਨੇ ਵੀ। ਸੋ ਇਹਦੀ ਪ੍ਰਸਤਾਵਨਾ ਜਿਹੜੀ ਹੈ ਉਹਦਾ ਤੁਸੀਂ ਪਾਠ ਕਰੋ, ਅਸੀਂ ਅਰਥ ਦੱਸੀ ਜਾਵਾਂਗੇ ਜੇ ਕੋਈ ਨਾ ਸਮਝ ਆਵੇ। ਸਰਬ ਮਤ ਸ਼੍ਰੋਮਣੀ ਵੇਦਾਂਤ ਸਿਧਾਂਤ ਹੈ। ਸਾਰੇ ਮਤਾਂ 'ਚੋਂ ਸ਼੍ਰੋਮਣੀ ਸਿਧਾਂਤ ਜੋ ਹੈ ਵਿਧਾਨ ਦਾ ਹੀ ਮੰਨਿਆ ਜਾਂਦਾ ਹੈ। ਜਾਂ ਕਿ ਜਾਣਨੇ ਵਾਸਤੇ ਕਨਿਸ਼ਟ ਓ ਮੱਧਮ ਆਦ ਅਧਿਕਾਰ ਕੇ ਅਧਿਕਾਰਨ ਕੇ ਅਰਥ ਅਨੇਕ ਸੰਸਕ੍ਰਿਤ ਉਹ ਪ੍ਰਾਕ੍ਰਿਤ ਗ੍ਰੰਥ ਹੈ। ਯਾਨੀ ਇਹਦੇ ਇਸ ਮਤ ਨੂੰ ਜਾਣਨ ਵਾਸਤੇ, ਵਿਦਾਂਤ ਨੂੰ ਸਮਝਣ ਵਾਸਤੇ ਕਨਿਸ਼ਟ ਅਤੇ ਮੱਧਮ ਕਈ ਤਰ੍ਹਾਂ ਦੇ ਅਧਿਕਾਰੀ ਹੁੰਦੇ ਨੇ, ਉੱਤਮ, ਮੱਧਮ, ਕਨਿਸ਼ਟ, ਹੈ ਨਾ। ਉਹਨਾਂ ਦੇ ਵਾਸਤੇ ਅਨੇਕਾਂ ਤਰ੍ਹਾਂ ਦੇ ਸੰਸਕ੍ਰਿਤ ਅਤੇ ਭਾਸ਼ਾ ਦੇ, ਪ੍ਰਾਕ੍ਰਿਤ ਮੈਨੇ ਭਾਸ਼ਾ ਦੇ ਵਿੱਚ ਗ੍ਰੰਥ ਲਿਖੇ ਹੋਏ ਨੇ। ਪਰੰਤੂ ਜਾਂ ਕੀ ਬੁੱਧੀ ਮੈਂ ਵਿਸ਼ੇਕ ਸ਼ੰਕਾ ਹੋਵੇ ਨਹੀਂ, ਐਸਾ ਮੰਦ ਮਤਿਵਾਨ ਪਰਮ ਆਸਤਿਕ ਸ਼ੁੱਧ ਚਿੱਤ ਵਾਲਾ ਜੋ ਉੱਤਮ ਅਧਿਕਾਰੀ ਹੈ, ਯਾਨੀ ਜਿਹਦੇ ਵਿੱਚ ਬਹੁਤੇ ਸ਼ੰਕੇ ਨਾ ਹੋਣ, ਕਿੰਤੂ ਪਰੰਤੂ ਨਾ ਹੋਵੇ, ਸ਼ਰਧਾਵਾਨ ਹੋਵੇ ਪਰ ਬੁੱਧੀ ਮੰਦ ਹੋਵੇ, ਉਹਦੇ ਵਾਸਤੇ ਆਸਤਿਕ ਬਿਰਤੀ ਵਾਲੇ, ਸ਼ੁੱਧ ਚਿੱਤ ਵਾਲੇ ਅਤੇ ਉੱਤਮ ਅਧਿਕਾਰੀ ਦੇ ਵਾਸਤੇ ਅਰਥ ਸਰਲ ਸਰ ਸ੍ਰੇਸ਼ਟ ਅਲਪ ਉਹ ਵਿਖਿਆਤ ਵਿਦਾਂਤ ਪ੍ਰਕਿਰਿਆ ਦਾ ਭਾਖਾ ਗ੍ਰੰਥ ਕੋਈ ਨਹੀਂ ਹੈ। ਯਾਨੀ ਸੌਖਾ ਜਿਹੜਾ ਹੋਵੇ, ਸ੍ਰੇਸ਼ਟ ਹੋਵੇ ਅਤੇ ਬਹੁਤੇ ਵਿਸਥਾਰ ਵਾਲਾ ਨਾ ਹੋਵੇ, ਉਹ ਇਹੋ ਜਿਹਾ ਗ੍ਰੰਥ ਕੋਈ ਹੈ ਨਹੀਂ ਗਾ। ਜਾਂ ਤਾਂ ਇਹ ਮੈਨੇ ਅਧਿਆਤਮ ਪ੍ਰਕਾਸ਼ ਨਾਮ ਗ੍ਰੰਥ ਪਰ ਤਿਲਕ ਸਰਲ ਦੇਸੀ ਭਾਸ਼ਾ ਮੈਂ ਕੀਆ ਹੈ। ਇਹ ਪੰਡਿਤ ਗਣੇਸ਼ਾ ਸਿੰਘ ਜੀ ਬੋਰ ਲਿਖ ਰਹੇ ਨੇ, ਕਹਿੰਦੇ ਅਧਿਆਤਮ ਪ੍ਰਕਾਸ਼ ਜੋ ਗ੍ਰੰਥ ਹੈ, ਮੈਂ ਉਹਦਾ ਟੀਕਾ, ਤਿਲਕ ਮੈਨੇ ਟੀਕਾ ਸਰਲ ਦੇਸੀ ਭਾਸ਼ਾ 'ਚ ਕੀਤਾ ਹੈ। यह प्रश्नोत्तर रूप ग्रंथ महद ग्रंथन में भी उपयोगी है। ਇਹ ਜਿਹੜਾ ਗ੍ਰੰਥ ਹੈ ਨਾ, ਸਵਾਲ ਜਵਾਬਾਂ 'ਚ ਲਿਖਿਆ ਹੋਇਆ ਪ੍ਰਸ਼ਨੋਤਰ ਰੂਪ 'ਚ, ਵੱਡੇ ਜਿਹੜੇ ਗ੍ਰੰਥ ਨੇ ਉਹਨਾਂ ਨੂੰ ਪੜ੍ਹਨ 'ਚ ਵੀ ਉਪਯੋਗੀ। ਜੇ ਉਹਨੂੰ ਵਿਚਾਰ ਸਾਗਰ ਪੜ੍ਹਨਾ, ਇਹਨੂੰ ਤੁਸੀਂ ਪੜ੍ਹਿਆ ਹੋਵੇਗਾ ਅਤੇ ਫਿਰ ਤੁਹਾਨੂੰ ਮਤਲਬ ਵਿਚਾਰ ਸਾਗਰ, ਤਤਵ ਅਨੁਸੰਧਾਨ, ਜਿਹੜੇ ਹੋਰ ਪੰਚਦਸ਼ੀ ਵਗੈਰਾ ਗ੍ਰੰਥ ਨੇ, ਆਤਮ ਪੁਰਾਣ ਵਗੈਰਾ ਨੇ, ਉਹਨਾਂ ਸਾਰਿਆਂ ਵਿੱਚ ਫਿਰ ਇਸ ਤੁਹਾਨੂੰ ਕੰਮ ਆਵੇਗਾ। ये मैं यहाँ अन्य उपयोगी वेदांत पदार्थ है वो भी सम्मिलित अन्य ग्रंथन से किए हैं। ਇਹਦੇ ਵਿੱਚ ਜਿਹੜੇ ਹੋਰ ਵਿਦਾਂਤ ਗ੍ਰੰਥਾਂ 'ਚੋਂ ਲੋੜ ਸੀਗੀ ਉਹ ਇਹਦੇ 'ਚ ਲਾ ਲਏ। ਜਿਵੇਂ ਵਿਚਾਰ ਚੰਦੋਦਿਆ ਵਿੱਚੋਂ ਵੀ ਕੁਛ ਚੀਜ਼ਾਂ ਇਹਦੇ 'ਚ ਲਾਈਆਂ ਗਈਆਂ ਤਾਂ ਕਿ ਗ੍ਰੰਥ ਨੂੰ ਸੌਖਾ ਕੀਤਾ ਜਾਵੇ। ਜਾਂ ਗ੍ਰੰਥ ਕੋ ਬ੍ਰਹਮਨਿਸ਼ਟ ਗੁਰੂ ਕੇ ਮੁਖ ਸੇ ਜੋ ਮੋਕਸ਼ੂ ਕੰਠ ਕਰੇਗਾ। ਇਸ ਗ੍ਰੰਥ ਨੂੰ ਕੋਈ ਬ੍ਰਹਮਨਿਸ਼ਟ ਗੁਰੂ ਹੋਵੇ, ਜਿਹੜਾ ਪੜ੍ਹਾਉਣ ਵਾਲਾ ਹੋਵੇ, ਉਹਦਾ ਵੀ ਬ੍ਰਹਮ ਦੇ ਉੱਤੇ ਪੂਰਨ ਵਿਸ਼ਵਾਸ ਹੋਵੇ, ਉਹਦੇ ਤੋਂ ਮੂੰਹ ਤੋਂ ਜਿਹੜਾ ਇਹਨੂੰ ਕੰਠ ਕਰੇਗਾ, ਵਾਹ ਜਾ ਕੇ ਅਰਥ ਕੋ ਧਾਰਨ ਕਰੇਗਾ, ਯਾਨੀ ਅਰਥ ਨੂੰ ਗ੍ਰਹਿਣ ਕਰੇਗਾ। ਵਾਹ ਕੇ ਚਿੱਤ ਰੂਪ ਆਕਾਸ਼ ਮੇਂ, ਉਹਦੇ ਚਿੱਤ ਰੂਪੀ ਆਕਾਸ਼ ਵਿੱਚ ਅਵਸ਼ਯ ਅਧਿਆਤਮ ਬ੍ਰਹਮ ਵਿਦਿਆ ਕਾ ਪ੍ਰਕਾਸ਼ ਹੋ ਜਾਵੇਗਾ। ਇਸ ਕਰਕੇ ਇਹਦਾ ਨਾਮ ਅਧਿਆਤਮ ਪ੍ਰਕਾਸ਼ ਹੈ। ਇਸਕੇ ਸ਼ਰਧਾ ਪੂर्वक अवश्य गुरु से ही पढ़ना, इसको श्रद्धा पूर्वक अवश्य गुरु से ही पढ़ना, स्वतंत्र नहीं पढ़ना, अपने आप नहीं पढ़ना चाहिए। काहे ते क्योंकि दैशक बिना वेदांत सिद्धांत के रहस्य का ज्ञान होता नहीं है। गुरु तो दैशक होता दीक्षा देने वाला, दैशक मैंने गुरु तो बिना वेदांत सिद्धांत के रहस्य का ज्ञान होता नहीं। अपने आप पढ़ोगे तो कोई समझ नहीं आएगी। और गुरु मुख से सकल अभिप्राय जानिया जावे है। ਗੁਰੂ ਦੇ ਮੁਖ ਤੋਂ ਸਾਰੀ ਗੱਲ ਦਾ ਅਭਿਪਰਾਏ, ਯਾਨੀ ਭੇਦ ਹੈ ਜਿਹੜਾ ਤਾਂ ਮਤਲਬ ਹੈ ਉਹ ਸਮਝ ਆ ਜਾਂਦਾ ਹੈ। ਜਾਂ ਤਾਂ ਦੈਸ਼ਕ ਸੇ ਹੀ ਪੜ੍ਹਨਾ ਚਾਹੀਏ, ਕਿਉਂਕਿ ਬ੍ਰਹਮ ਰੂਪ ਹੈ ਬ੍ਰਹਮਵਿਤ ਜਾਂ ਕੀ ਬਾਣੀ ਵੇਦ, ਕਹਿੰਦੇ ਉਹ ਬ੍ਰਹਮ ਰੂਪ ਹੀ ਹੈ, ਬ੍ਰਹਮ ਨੂੰ ਜਾਣਨ ਵਾਲਾ, ਬ੍ਰਹਮਵਿਤ, ਬ੍ਰਹਮ ਗਿਆਨੀ।
ਉਹਦੀ ਬਾਣੀ ਵੇਦ ਹੀ ਹੈ। ਭਾਖਾ ਅਥਵਾ ਸੰਸਕ੍ਰਿਤ, ਭਾਸ਼ਾ 'ਚ ਹੋਵੇ ਭਾਵੇਂ ਸੰਸਕ੍ਰਿਤ, ਕਰਤ ਭੇਦ ਪਰਮਛੇਦ, ਵਿਚਾਰ ਸਾਗਰ ਦੇ ਤੀਜੀ ਤਰੰਗ ਵਿੱਚ ਇਹ ਦੋਹਰਾ ਹੁੰਦਾ। ਹੁਣ ਭੂਮਿਕਾ ਲਿਖਦੇ ਨੇ, ਇਹ ਵੀ ਪੰਡਿਤ ਜੀ ਨੇ ਲਿਖੀ ਹੈ, ਪੰਡਿਤ ਗਣੇਸ਼ਾ ਸਿੰਘ ਜੀ ਮਹਾਰਾਜ। ਇਹ ਖੁੱਡੇ ਦੇ ਸਨ, ਹੁਸ਼ਿਆਰਪੁਰ ਜ਼ਿਲ੍ਹੇ ਦੇ। बहुत से दीर्घ आयु महात्म्यों सोग सुना गया है कि इस ग्रंथ के कर्ता महात्मा पंडित सुखा सिंह जी निर्मले थे। इन्होंने सम्मत 1750 विक्रमी के लगभग बनारस में बहुत बार वेदांत विद्या के विख्यों में स्वभाव को पराजय किया है। इससे इनका मान्य सत्कार अत अधिक हो गया था, परंतु जो अल्प विद्या संयुक्त न्यून मतवान द्विज हार गए थे, वह इन महात्मा जी के रार करने लगे और कहने लगे कि यह उन गुरु गोबिंद सिंह जी की अनुयायी है जिन्हों पंजाब प्रांत में जातियों का वर्ण शंकर कर डाला है। यह सिख पंथ शूद्र वर्ण होता है, क्योंकि उनमें चीवर आदिक न्यून जाति ब्राह्मण आदिक ऊंच जातियों के साथ एक पात्र में खा लेते हैं। इस वार्ता का श्रवण बनारस में हर एक पुरुष स्त्री को सुनाई दे गया। इससे ब्राह्मणों ने यह शोर उड़ा दिया कि यह शूद्र है, अतएव जिसका नाम सिंह हो वह सभी शूद्र समझना चाहिए। यानी ब्राह्मणों ने पहला तो पंडित जी को हार गए, फिर उन्होंने ईर्खा वास्ते कहता भी ये गुरु गोबिंद सिंह ਨੂੰ ਮੰਨਦੇ ਆ, ਜਿਹੜੇ ਕਿ ਸ਼ੂਦਰ ਵਰਨ ਨੂੰ ਇੱਕੋ ਬਾਟੇ 'ਚ ਅੰਮ੍ਰਿਤ ਛਕਾ ਦਿੰਦੇ ਆ। ਇਸ ਕਰਕੇ ਸਿੰਘ ਨਾਮ ਸਾਰੇ ਸ਼ੂਦਰ ਦੇ ਨੇ। ਉਹ ਫਿਰ ਇਹ ਰੌਲਾ ਪਾਤਾ। चूँकि यह भी भारी पंडित थे और जो द्विज इनके विद्यार्थी थे, उन विद्यार्थियों ने कहा यह वो सिंह नहीं है, इनका नाम तो सुखदेव है, और अर्थ करके समझाया। और इन्होंने भी यही अर्थ सोच रखा कि सिंह नाम परमात्मा का है तथा देव नाम भी परमात्मा का है। क्या झूठे नामों पर हट करना है, इससे इनका नाम सुखदेव ही प्रसिद्ध हुआ रहा। इसी कारण से ग्रंथ में भी सुखदेव लिखा है। इसी वास्ते द्विजों ने में फिर अभेद वर्तते रहे। पश्चात कुछ समय को विद्यार्थियों की प्रेरणा अनुसार यह इच्छा हुई कि कोई छोटी सी ऐसी पुस्तक पाखा में बनाई जाए जिस द्वारा नियतन ही पाखा के विद्यार्थियों को वेदांत सिद्धांत का ज्ञान प्राप्त होवे, जिस द्वारा नेह संशय संसार समुद्र को तर जावे। तब यह अध्यात्म प्रकाश नामक लघु पुस्तक बनाई, जिसमें अत्यंत उत्तम प्रकार से वेदांत का संक्षिप्त वर्णन किया है, जिस पर यह मैंने टीका बनाई है। मैंने टीका बनाई है। चाहे यह टीका विद्वानों लिए हास्य स्थान ही है, तथा पाखा के बाल वेदांत वाचकों को निहायत ही सहाई होगी। इसके पूर्ण कंठ करने से वेदांत के आवश्यक पदार्थों का ज्ञान होए आवेगा। टीका भी ऐसे सरल रची है जिसने न्यून से न्यून विद्या वाला भी पढ़ सकता है। इसके सादृश आज पर्यंत ऐसी लघु उत्तम पुस्तक कहीं भी नहीं देखी होगी। इस पर भी जरूरी चीज़ों को टिप्पणी आदि चिन्हों से चिलकाया है। सो आप देख सकते हैं है महाशय पाठक गण, इसको गुरु द्वारा पढ़कर निसंशय संसार सागर को परिये। यह नर तन बार बार नहीं प्राप्त होने की, इसीलिए अत्यंत यत्न वेदांत बोधक शास्त्र का ही कहना आवश्यक है। लेखक महंत गणेशा सिंह जी, खुड्डा निवासी, जिला हुशियारपुर। 17 फग्गण 1953। 100 साल हो गया लिखे 1953। अथ अध्यात्म प्रकाश ठीक लिखते एक ओंकार सतगुरु प्रसाद। टीका एक कहिए अद्वितीय जो परमात्मा है, एक ਦਾ ਮਤਲਬ ਹੁੰਦਾ ਜੋ ਦੋ ਨਾ ਹੋਵੇ, ਅਦੁੱਤੀ। ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ। ਸਜਾਤੀ ਵਿਜਾਤੀ ਸਵੈਗਤ 3 ਪ੍ਰਕਾਰ ਦਾ ਭੇਦ ਹੁੰਦਾ ਨਾ।
ਤਿੰਨੇ ਪ੍ਰਕਾਰ ਦੇ ਭੇਦ ਤੋਂ ਰਹਿਤ। ਓਮ ਕਹੀਏ ਪ੍ਰਕਾਸ਼ रूप, उच्चारण मात्र से सर्व की रक्षा करता। सत्य कहिए तेरी गाल बाध, सत का मतलब ਹੁੰਦਾ ਵੀ ਤਿੰਨੇ ਕਾਲ ਉਹਦਾ ਵੱਧ ਨਾ ਹੋਵੇ। ਗੁਰ ਕਹੀਏ ਚੇਤਨ ਸਰੂਪ, ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਦੂਜੇ ਨੂੰ ਵੀ ਜਾਣਦਾ ਉਹ ਗੁਰੂ ਹੈ। ਪ੍ਰਸਾਦ ਕਹੀਏ ਆਨੰਦ ਸਰੂਪ, ਕਿਵੇਂ पूर्वोक्त परमात्मा को मुक्षु कैसे जाने। सत कहिए सत उपदेशता, जो गुरु तीनों की प्रसाद कृपा दृष्टि से, यानी दूजा अर्थ सतगुर प्रसाद है भी सत चेतन आनंद स्वरूप का जान का ਜਿਹੜਾ ਸਾਧਨ है। सत कर उपदेशता गुरु, सत गुरु तीनों का प्रसाद कहिए कृपा दृष्टि से। अत्यंत सूक्ष्म रूप से यह अर्थ जानना, ਇਹ ਸੂਖਮ ਬਿਰਤੀ ਨਾਲ ਅਰਥ ਜਾਣਨਾ। ਪਰ ਅੱਜ ਕੱਲ੍ਹ ਦੇਖੋ ਉਲਟਾ ਕੰਮ ਹੋ ਰਿਹਾ, ਟੋਟਲੀ ਇਹੀ ਅਰਥ ਕਰਦੇ ਪਏ। ਜਿਹੜਾ ਸੂਖਮ ਬਿਰਤੀ ਨਾਲ ਕਰਨ ਵਾਲਾ ਉਹ ਸਥੂਲ ਬਿਰਤੀ ਨਾਲ ਕਰਦਾ, ਜਿਹੜਾ ਅਸਲ ਅੱਖਰੀ ਅਰਥ ਬਣਦਾ ਉੱਪਰ ਵਾਲਾ ਉਹ ਕਰਦੇ ਹੀ ਨਹੀਂ। ਜਿੰਨੇ ਵੀ ਆਪਣੇ ਕਥਾਕਾਰ ਨੇ, ਟਕਸਾਲ ਵਾਲੇ ਵੀ ਹੋਣ, ਮਿਸ਼ਨਰੀ ਵਾਲੇ ਹੋਣ, ਉਹ ਇਹ ਕਹਿ ਦਿੰਦੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਕਹਿ ਕੇ ਲੰਘ ਜਾਂਦੇ ਆ। ਪਰ ਇਹ ਸੂਖਮ ਬਿਰਤੀ ਨਾਲ ਇਹ ਗੌਣ ਅਰਥ ਹੈ। ਮੁੱਖ ਅਰਥ ਹੋ ਗਿਆ ਉੱਪਰ ਵਾਲਾ ਸਤ ਚੇਤਨ ਆਨੰਦ। ठीक है। अथ ग्रंथ आरंभ में ग्रंथ की निर्विघ्न समाप्ति सर्व व श्रेष्ठ की परंपरा रत से रीति से मंगल करे हैं। काहे ते मंगल कारने ते ग्रंथ की समाप्ति के प्रतिबंधक जो विघ्न है तीनों का नाश हो गए है। आरंभ ਦੇ 'ਚ ਮੰਗਲ ਕਰਨਾ ਕਿਉਂ ਜ਼ਰੂਰੀ ਹੈ ਉਹ ਦੱਸਣ ਲੱਗੇ। ਇੱਕਦਮ ਵੀ ਗ੍ਰੰਥ ਨਿਰਵਿਘਨ ਸਮਾਪਤ ਹੋ ਜਾਂਦਾ। तीनों का नाश हुए, विघ्न नाम पाप का है, पापों ते शुभ कार्य की समाप्त होवे नहीं, समाप्ति नहीं होती, पाप होवे ना तो विघ्न पा देंगे ने। से पाप का मंगल ते नाश हो गए है, पाप का नाश हो जाता मंगल करना। और जो पाप रहत होवे सो पी ग्रंथ के आरंभ में मंगल अवश्य करे काहे थे। जे पाप नहीं भी कीता तां भी करना चाहिए मंगल। जो ग्रंथा में मंगल नहीं किया होवे तो ग्रंथ करता विखे पुरख को नास्तिक भ्रांत होए है। नास्तिक भ्रांति होए क्या ग्रंथ में प्रवृत्ति होवे नहीं, वो कहेगा ये नास्तिक बंदे ग्रंथ छड्डो पर। हुण जिवें अजकल यूनीवर्सिटियां जिन्नियां ने अपने छाप ਦੀਆਂ ਕਿਤਾਬਾਂ 1920 ਤੋਂ ਬਾਅਦ ਲਗਭਗ ਇਹ ਕੰਮ ਚੱਲ ਪਿਆ, 100 ਸਾਲ ਹੋ ਗਿਆ ਵੀ ਮੰਗਲ ਘੱਟ ਹੀ ਲਿਖਦੇ ਆ ਨਾ। ਹੁਣ ਜ਼ਿਆਦਾ ਹੀ ਯੂਨੀਵਰਸਿਟੀਆਂ ਦੇ 'ਚ ਖਾਸ ਕਰਕੇ ਸ਼੍ਰੋਮਣੀ ਕਮੇਟੀ ਕਿਤਾਬਾਂ ਕਈ ਇਹੋ ਜਿਹੀ ਛਾਪੀਆਂ 'ਚ ਮਤਲਬ ਇੱਕ ਓਂਕਾਰ ਸਤਿ ਲਿਖਣ 'ਚ ਗੁਰੇਜ਼ ਕਰਦੇ ਪਹਿਲੇ ਪੰਨੇ 'ਤੇ। ਚਲੋ ਮੋਹਰ ਤਾਂ ਲੱਗੀ ਹੁੰਦੀ ਖੈਰ ਪਹਿਲਾਂ, ਪਰ ਜਿਹੜੀਆਂ ਪੁਰਾਤਨ ਗ੍ਰੰਥ ਜਿੰਨੇ ਵੀ ਸੀਗੇ ਉਹਨਾਂ 'ਚ ਹੁੰਦਾ ਸੀਗਾ, ਹੁਣ ਨਹੀਂ। सो मंगल 3 प्रकार का है, एक वस्तु निर्देश रूप है, दूसरा नमस्कार रूप है, तीसरा आशीर्वाद रूप है। निर्देश रूप वस्तु निर्देश रूप, दूसरा नमस्कार रूप, तीजा आशीर्वाद रूप। वस्तु निर्देश ਹੁੰਦਾ ਜਿਵੇਂ ਪਰਮਾਤਮਾ ਬ੍ਰਹਮ ਵਸਤੂ ਹੈ, ਉਹਦਾ ਜਸ ਕਾਇਨ ਕਰਨਾ ਉਹ ਹੈ ਵਸਤੂ ਨਿਰਦੇਸ਼। ਏਕ ਓਂਕਾਰ ਆ ਸਤਿਗੁਰੂ, ਹਾਂਜੀ, ਤੇ ਉਹ ਹੋ ਗਿਆ ਆਪਣਾ वस्तु निर्देश। ते प्रसाद सच होए, हाँ जी, ਉਹਦੀ ਕਿਰਪਾ आशीर्वाद हो गया। दूसरा नमस्कार करनी, नमस्कार गुरुदेव को सतनाम जिस मंत्र सुनाया वो नमस्कार रूप मंगल होंदा। डंडौत बंधन अनेक बार, सर्व कला समर्थ, डोलन ते रखो प्रभु नानक दे कर हथ। ये तिन्ने मंगल इकट्ठे है। डंडौत बंधन नमस्कार हो गया, मंगल हो गया। सर्व कला समर्थ हो गया वस्तु निर्देश, क्योंकि सर्व कला समर्थ ब्रह्म है। ते डोलन ते रखो रू, ये साडी इच्छा है भी सानू आशीर्वाद दिओ, ये आशीर्वादात्मक मंगल हो गया। सरगुण अथवा निर्गुण जो परमात्मा सो वस्तु कहिए है, ताकि कीर्तन का नाम वस्तु निर्देश कहिए है। अपना अथवा सीखन का जो वांछित वस्तु, ताकि प्रार्थना का नाम आशीर्वाद मंगल कहिए है। अपने इष्ट देव के विशेषण को चितवन करके जो नमस्कार करे सो नमस्कार रूप मंगल कहिए है। सो यहाँ नमस्कार रूप मंगल कवि करे हैं। हाँ जी, थावर एत थावर, वो पहला सवैये का पहला
ਅੱਖਰ ਥਾਵਰ ਹੈ ਨਾ, ਇਸ ਕਰਕੇ ਥਾਵਰ ਇਤੀ। ਬਸ ਹੁਣ ਇਹ ਪੁਰਾਣੀ ਸ਼ੈਲੀ ਸੀਗੀ, ਇੱਦਾਂ ਲਿਖਦੇ ਹੁੰਦੇ ਸੀ। ਥਾਵਰ ਇਤੀ ਦਾ ਮਤਲਬ ਵੀ ਇਹ ਸਵਈਏ ਦਾ ਅਰਥ ਹੁਣ ਕਰਨ ਲੱਗੇ ਆ। ਥਾਵਰ ਜੰਗਮ ਜੀਵ ਜਿਤੇ ਜਗ ਭਾਂਤਨ ਭਾਂਤਨ ਭੇਖ ਤਰੇ ਹੈ, ਤਾਂ ਮੈਂ ਸਤ ਚਿਤਾਨੰਦ 100 ਆਤਮ ਨਿਤ ਪ੍ਰਕਾਸ਼ ਕਰੇ ਹੈ। ਤਾਂ ਬਿਨ ਜਾਣਤ ਸਿੰਧ ਸੋ ਲਾਗਤ ਜਾਣਤ ਗੋਪਾ ਤੁਲ ਤਰੇ ਹੈ, ਬੰਦਤ ਤਾਇ ਸਦਾ ਸੁਖਦੇਵ ਜੂ ब्रह्म सदा सबहूँ ते परे हैं, जो ब्रह्म सदा सबहूँ ते परे हैं। थावर जंगम जीव जिते, थावर जो चीज़ टिकी होंदी थां दे उत्ते, थावर एक थां ते टिकी, दरखत इक्को थां ते पे रहिंदे, पत्थर पहाड़ इक्को थां ते पे रहिंदे, वो थावर हुंदे। ते जंगम दे तुरन वाले जीव जिते, जिन्ने भी जीव ने है वो भी जिहड़े खड़े ने दरखत वो भी जीव ने ना, वो भी जीव ने। जंगम जिहड़े ने वो भी तुरन वाले जीव ने। भांतन भेख तरे, भांतां भांतां दे भेख ने जीवां दे, जीव एक तरह दे नहीं गए, जीव नाना प्रकार दे ने। तां मैं सत चिताने दे एक सो आत्म चेत नित प्रकाश करे, उन्हां दे विच सारियां दे विच सत चेतन आनंद एक आत्मा ही प्रकाश कर रही है। हाँ, आत्म इक्को ही सारियां विच। तां बिन जाणत सिंध सो लागत, ਉਹ ਆਤਮਾ ਨੂੰ ਜਾਣੇ ਤੋਂ ਬਿਨਾਂ ਇਹ ਸੰਸਾਰ ਸਮੁੰਦਰ ਲੱਗਦਾ। ਜਾਣਤ ਜਿਹਨੇ ਜਾਣ ਲਿਆ, ਗੋਪਦ ਤੁਲ ਤਰੇ ਹੈ। ਜਿਵੇਂ ਗਊ ਦੇ ਪੈਰ 'ਚ ਪਾਣੀ ਪਿਆ ਹੁੰਦਾ ਅਤੇ ਉਹਨੂੰ ਟੱਪਣਾ ਕੋਈ ਔਖਾ ਨਹੀਂ ਹੁੰਦਾ, ਇੱਦਾਂ ਉਹ ਭਵ ਸਾਗਰ ਨੂੰ ਤਰ ਜਾਂਦੇ। ਬੰਦਤ ਤਾਏ ਸਦਾ ਸੁਖਦੇਵ, ਜੋ ਬ੍ਰਹਮ ਸਦਾ ਸਭੂ ਤੇ ਪਰੇ ਹੈ। ਸੁਖਦੇਵ ਮਹਾਰਾਜ ਜੀ ਉਹਦੀ ਵੰਦਨਾ ਕਰਦੇ, ਉਸ ਬ੍ਰਹਮ ਨੂੰ ਨਮਸਕਾਰ ਕਰਦੇ ਹੈ ਜਿਹੜਾ ਸਾਰਿਆਂ ਤੋਂ ਪਰੇ ਹੈ, ਸਦਾ ਹੀ ਹੈ ਅਤੇ ਸਾਰਿਆਂ ਦੀ ਪਕੜ ਤੋਂ ਪਰੇ ਹੈ। ਸਭੂ ਮੱਧ ਸਭੈ ਤੇ ਬਾਹਰ, ਸਾਰਿਆਂ ਦੇ ਅੰਦਰ ਹੈ ਅਤੇ ਸਾਰਿਆਂ ਤੋਂ ਬਾਹਰ ਹੈ, ਸਾਰਿਆਂ ਤੋਂ ਪਰੇ ਹੈ। ਟੀਕਾ ਥਾਵਰ ਕਹੀਏ ਸਥਿਤ ਰਹਿਣੇ ਵਾਲੇ ਬਿਰਛ ਪੱਥਰ ਆਦਿ, जंगम कहिए विचरने वाले पशु पंछी आदि। जितने जीव हैं जगत में अनेक अनेक प्रकार के पेय कहिए स्वरूप धारण करे हुए, ता मैं कहिए तीनों के बीच सत चेत आनंद रूप जो आत्मा एक है, सो नेति प्रकाश कर रहा है। ता बिन कहिए तिस परमात्मा के जानने से बिना परपंच सिंध जो कहिए समुद्र के समान लागत कहिए प्रतीत होवे है। जाने कहिए जानने जोग, जानने से गोचरण की न्यायी तर जावे, अर्थात जिस प्रकार गऊ के खुर में पानी भरा हुआ तर जावीता है, ताए कहिए तिस प्रकार को तिस परमात्मा को सदा कहिए सर्वदा ही सुखदेव कवि बंदत कहिए नमस्कार करते हैं। सो ब्रह्म कहिए परमात्मा देव सदा ही मन बुद्धि आदि ते परे है। थोड़ा व्यास मथन कर वेद सब सूत्र जो काढ़े सार, श्री गुरु शंकर देव जू करियो बहुत विस्तार। वेद व्यास जी महाराज ने वेदां ਦਾ ਮੰਥਨ ਕਰਕੇ ਉਹਦੇ ਵਿੱਚੋਂ ਜਿਹੜੇ ਸੂਤਰ ਕੱਢੇ ਸੀ ਉਹਨੂੰ ਬ੍ਰਹਮ ਸੂਤਰ ਕਹਿੰਦੇ ਨੇ। ਸ਼ੰਕਰ ਦੇਵ ਜੀ ਮਹਾਰਾਜ ਨੇ ਉਹਨਾਂ ਦਾ ਵਿਸਥਾਰ ਕੀਤਾ, ਸਰੀਰਕ ਭਾਸ਼ਕ ਉਹ ਟੀਕਾ ਲਿਖਿਆ ਉਹਦੇ ਉੱਤੇ, ਅਤੇ ਵਿਸਥਾਰ ਬਹੁਤ ਜ਼ਿਆਦਾ ਵਿਧਾਨ ਦਾ ਸ਼ੰਕਰਾਚਾਰਿਆ ਜੀ ਨੇ ਕੀਤਾ। ਵੈਸੇ ਵਿਧਾਨ ਦੀਆਂ 5 ਮਤਲਬ ਪ੍ਰਪਾਟੀਆਂ ਮੰਨੀਆਂ ਜਾਂਦੀਆਂ ਨੇ, ਪਰ ਜਿਹੜੀ ਜ਼ਿਆਦਾ ਪ੍ਰਚਲਿਤ ਹੈ ਉਹ ਸ਼ੰਕਰਾਚਾਰਿਆ ਦੀ ਮੰਨੀ ਜਾਂਦੀ ਹੈ, ਅਦਵੈਤ ਸਿਧਾਂਤ ਦੀ। ਠੀਕ ਹੈ, ਉਹੀ ਗੁਰਬਾਣੀ ਦੇ ਨੇੜੇ ਵੀ ਉਹੀ ਹੈ। ਦੂਜੀ ਜਿਹੜੀ ਉਹ ਜ਼ਿਆਦਾ ਉਲਝਣ ਵਾਲੀ ਹੈ, ਉੱਧਰ ਨਹੀਂ ਜਾਣਾ। ਜਿਹੜਾ ਸ਼ੰਕਰਾਚਾਰਿਆ ਜੀ ਨੇ ਟੀਕਾ ਕੀਤਾ ਹੈ ਸਰੀਰਕ ਅਤੇ ਗੀਤਾ ਦਾ, ਉਪਨਿਸ਼ਦਾਂ ਦਾ, ਉਹਦੇ ਮੁਤਾਬਕ ਇਹ ਜੋ ਇਹਨਾਂ ਨੇ ਲਿਖਿਆ ਹੈ। व्यास जी ने सर्व वेदन को मंथन कहिए विचार कर, जो सूत्र सार सार कढ़े निचोड़ कढ़िया, श्री कहिए शोभामान गुरु कहिए सर्व कर जो पूजे हैं शंकर देव जी। तीनों ने 3 सूत्रों को बहुत विस्तार कहिए व्याख्यान करके फैलाया। 3 ग्रंथन को समझ मत, उन्होंने ग्रंथों के मत ਨੂੰ समझ के ਹੀਏ ਧਰ ਪਰ ਉਪਕਾਰ, ਮਨ 'ਚ ਪਰਉਪਕਾਰ ਦੀ ਭਾਵਨਾ ਧਰ ਕੇ ਭਾਖਾ ਕਰ ਸੁਖਦੇਵ ਕਵੀ ਰਚਿਓ ਗ੍ਰੰਥ ਅਤਿ 4। ਸੁਖਦੇਵ ਕਵੀ ਜੀ ਨੇ ਭਾਸ਼ਾ ਵਿੱਚ ਬੜਾ ਸੁੰਦਰ ग्रंथ अध्यात्म प्रकाश लिखा। टीका 3 व्याख्यान रूप ग्रंथों का मत कहिए रहस्य समझ के अंत और हृदय में परोपकार धार के भाखा में सुखदेव कवि ने अति सुंदर ग्रंथ रचा। दोहरा जैसे रब के तेज ते अंधकार मिट जाए, जिमें सूरज के तेज नाल हनेरा मिट जाता। अध्यात्म प्रकाश ते त्यों अज्ञान नसाए। अध्यात्म प्रकाश ग्रंथ नाल अज्ञान इदां दूर हो जाएगा। जैसे सूरज के प्रकाश से अंधकार मिट जावे है,
त्यों कहिए तैसे अध्यात्म कहिए, ब्रह्म विद्या के प्रकाश से अज्ञान का नाश हो जावे है। गुर सिख को संवाद अर वेद वचन उपदेश, अध्यात्म प्रकाश जय पाखा सरस सुवेश। ਇਹਦੇ 'ਚ ਗੁਰੂ ਔਰ ਸਿੱਖ ਦੀ ਆਪਸ ਪ੍ਰਸ਼ਨੋਤਰੀ ਹੈ ਅਤੇ ਵੇਦਾਂ ਦੇ ਬਚਨਾਂ ਦਾ ਉਪਦੇਸ਼ ਹੈ। ਅਧਿਆਤਮ ਪ੍ਰਕਾਸ਼ ਇਹ ਗ੍ਰੰਥ ਦਾ ਨਾਮ ਹੈ। ਭਾਖਾ ਦੇ ਵਿੱਚ ਸਰਸ ਰਸ ਵਾਲਾ ਹੈ, ਸੋ ਵੇਦ श्रेष्ठ रूप वाला है। इसमें गुरु सिख का संवाद कहिए प्रश्नोत्तर और वेद वचनों का यथार्थ उपदेश ही है। जय ब्रह्म विद्या का प्रकाश रूप भाखा में सरस वेश का ये श्रेष्ठ रूप है। ਹੁਣ ਮੁਕਸ਼ੂ ਦੇ ਲੱਛਣ ਕਰਨਗੇ ਵੀ ਮੁਕਸ਼ੂ ਕੌਣ ਹੈ, ਜਿਹਨੂੰ ਕਿਉਂਕਿ ਜਿੰਨਾ ਚਿਰ ਮੁਕਤੀ ਦੀ ਇੱਛਾ ਨਹੀਂ ਹੈ ਇਸ ਗ੍ਰੰਥ ਨੂੰ ਪੜ੍ਹਨ ਦਾ ਕੋਈ ਮਤਲਬ ਹੀ ਨਹੀਂ ਗਾ। ਸੋ ਇੱਥੋਂ ਆਪਾਂ ਅੱਗੇ ਕੱਲ੍ਹ ਨੂੰ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।